ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਨੂੰ ਕਿ UGC ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਦਰਜਾ ਪ੍ਰਾਪਤ ਹੈ, ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਟੀਕਾਕਾਰੀ ਦਾ ਅਧਿਐਨ ਅਤੇ ਬਾਣੀ ਵਿਆਖਿਆ ਸਿਰਲੇਖ ਅਧੀਨ ਮਿਤੀ 6/9/2020 ਤੋਂ ਮਿਤੀ 13/9/2020 ਤੱਕ 7 ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਬਾਣੀ ਦੀ ਵਿਆਖਿਆ ਅਤੇ ਟੀਕਾਕਾਰੀ ਬਾਬਤ ਵਿਦਵਾਨਾਂ ਵੱਲੋਂ ਨਿੱਠ ਕੇ ਚਰਚਾ ਕੀਤੀ ਗਈ। ਇਸ ਵੈਬੀਨਾਰ ਦੀ ਸ਼ੁਰੂਆਤ ਵਿੱਚ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜੀ ਵੱਲੋਂ ਮੁੱਖ ਸੁਰ ਭਾਸ਼ਣ ਦਿੱਤਾ ਗਿਆ। ਆਪਣੇ ਮੁੱਖ ਸੁਰ ਭਾਸ਼ਣ ਵਿੱਚ ਡਾਕਟਰ ਬਰਾੜ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਅਜੋਕੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ, ਤਾਂ ਜੋ ਗੁਰੂ ਸਾਹਿਬ ਦੀ ਬਾਣੀ ਤੋਂ ਸਹੀ ਅਰਥਾਂ ਵਿੱਚ ਸੇਧ ਲਈ ਜਾ ਸਕੇ। ਗੁਰੂ ਸਾਹਿਬ ਦੀ ਬਾਣੀ ਦੀ ਟੀਕਾਕਾਰੀ ਅਤੇ ਵਿਆਖਿਆ ਬਾਬਤ ਬੋਲਦਿਆਂ ਉਹਨਾਂ ਕਿਹਾ ਕਿ ਬਾਣੀ ਦੀ ਵਿਆਖਿਆ ਦੀ ਗਹਿਰਾਈ ਅਤੇ ਡੂੰਘਾਈ ਵਿਆਖਿਆਕਾਰ ਦੀ ਆਪਣੀ ਸਮਝ ਦੇ ਪੱਧਰ ਉੱਤੇ ਨਿਰਭਰ ਕਰਦੀ ਹੈ। ਇਸ ਬਾਬਤ ਡਾਕਟਰ ਬਰਾੜ ਨੇ ਆਪਣੇ ਮੁਕਤਸਰ ਭਾਸ਼ਣ ਵਿੱਚ ਹੋਰ ਕੀ ਕਿਹਾ, ਆਓ ਸੁਣਦੇ ਹਾਂ ਉਹਨਾਂ ਦੁਆਰਾ ਦਿੱਤਾ ਗਿਆ ਮੁੱਖ ਸੁਰ ਭਾਸ਼ਣ। ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਸੀਨੀਅਰ ਅਧਿਆਪਕ ਜਿਹੜੇ ਪ੍ਰਧਾਨਗੀ ਕਰ ਰਹੇ ਨੇ ਡਾਕਟਰ ਜਗਵੀਰ ਸਿੰਘ ਜੀ, ਉਹਨਾਂ ਦਾ ਸਵਾਗਤ ਕਰਦਾ ਹੈਗਾ। ਸਾਰੇ ਜਿਹੜੇ ਪ੍ਰਤੀਭਾਗੀ ਨੇ ਉਹਨਾਂ ਦਾ ਸਵਾਗਤ ਕਰਦਾ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਟੀਕਾਕਾਰੀ ਦਾ ਅਧਿਐਨ ਅਤੇ ਬਾਣੀ ਵਿਆਖਿਆ। ਆਪਾਂ ਸਾਰੇ ਜਾਣਦੇ ਹਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਹੋਇਆ। ਇਸੇ ਕਾਰਨ ਇਹ ਸਾਲ 400 ਸਾਲਾ ਉਤਸਵ ਨੂੰ ਸਮਰਪਿਤ ਆ। ਪੰਜਾਬੀ ਵਿਭਾਗ ਨੇ ਫੈਸਲਾ ਕੀਤਾ ਸੀ ਕਿ ਇਸ ਸਾਲ ਬਹੁਤ ਸਾਰੇ ਇਹਦੇ ਉੱਤੇ ਸਮਾਗਮ ਹੋਣਗੇ ਤੇ ਆਪਾਂ ਕਿਉਂਕਿ ਸਾਹਿਤ ਨਾਲ ਸੰਬੰਧਿਤ ਰੱਖਦੇ ਹਾਂ, ਜ਼ਿਆਦਾਤਰ ਸ਼ਬਦ ਨਾਲ ਸੰਬੰਧਿਤ ਰੱਖਦੇ ਹਾਂ, ਇਸ ਕਰਕੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਵਿਆਖਿਆ ਵੀ ਬਹੁਤ ਮਿਲਦੀ ਆ। ਤਾਂ ਘੱਟੋ ਘੱਟ ਅਸੀਂ ਉਹ ਜਿਹੜੀ ਵਿਆਖਿਆ ਹੋਈ ਵੀ ਆ, ਜਿਹੜੇ ਟੀਕੇ ਲਿਖੇ ਗਏ ਆ, ਉਹਨਾਂ ਦਾ ਪੁਨਰ ਮੁਲਾਂਕਣ ਕੀਤਾ ਜਾਵੇ, ਉਹਨਾਂ ਨੂੰ ਵਾਚਿਆ ਜਾਵੇ। ਉਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਆਖਿਆ ਨੂੰ ਇੱਕ ਵਾਰ ਫਿਰ ਪੜ੍ਹਿਆ ਜਾਵੇ, ਇਹ ਸੋਚ ਕੇ ਇਹ ਵਿਸ਼ਾ ਚੁਣਿਆ ਸੀਗਾ। ਇਹ ਜਿਹੜੀ ਵਰਕਸ਼ਾਪ ਹੈਗੀ ਆ, 7 ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰ ਰਹੇ ਆ। ਪਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਵਿਆਖਿਆ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਜਾਪਦਾ ਹੈ ਕਿ ਕੁਝ ਉਹਨਾਂ ਦੇ ਜੀਵਨ ਤੇ ਸੰਖੇਪ ਝਾਤ ਪਾ ਲਈਏ, ਕਿਉਂਕਿ ਬਹੁਤ ਸਾਰੇ ਇਹਦੇ ਨਾਲ ਵਿਦਿਆਰਥੀ ਵੀ ਜੁੜੇ ਹੋਏ ਆ ਤੇ ਬਹੁਤ ਸਾਰੇ ਜਿਹੜੇ ਇਹਦੇ ਵਿੱਚ ਉਹ ਅਧਿਆਪਕ ਵੀ ਜੁੜੇ ਆ, ਜਿਹੜੇ ਇੱਕ ਆਮ ਜਿਹੜਾ ਲੇਖ ਵਿੱਚ ਜਾਣਕਾਰੀ ਹੁੰਦੀ ਆ, ਮੋਟੀ ਜੀ ਜਾਣਕਾਰੀ ਤਾਂ ਹੁੰਦੀ ਆ, ਪਰ ਥੋੜਾ ਜਿਹਾ ਆਪਾਂ ਉਹਨਾਂ ਦੇ ਜੀਵਨ ਨੂੰ ਇੱਕ ਵਾਰ ਫਿਰ ਚੇਤੇ ਕਰੀਏ। ਇਹ ਜੀਵਨ ਦੇ ਉੱਪਰ ਝਾਤ ਪਾਉਣੀ ਇਸ ਕਰਕੇ ਵੀ ਜ਼ਰੂਰੀ ਹੈ ਕਿ ਇਸ ਨਾਲ ਨਾ ਕੇਵਲ ਬਾਣੀ ਦਾ ਇਤਿਹਾਸਕ ਪ੍ਰਸੰਗ ਹੀ ਸਮਝ ਆਉਂਦਾ ਹੈ, ਸਗੋਂ ਇਸ ਦੇ ਨਾਲ ਉਸਦੀ ਜੋਕੀ ਵਿਆਖਿਆ ਵੀ ਵਧੇਰੇ ਅਰਥ ਭਰਪੂਰ ਬਣ ਜਾਂਦੀ ਆ। ਵੈਸੇ ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਉਹਨਾਂ ਦੀ ਬਾਣੀ, ਉਹਨਾਂ ਦੇ ਜੀਵਨ ਵਿੱਚ ਕੀਤੇ ਕਾਰਜ ਇੰਨੇ ਮਹਾਨ ਆ ਕਿ ਨਾ ਕੇਵਲ ਹਰ ਸਿੱਖ, ਹਰ ਪੰਜਾਬੀ, ਹਰ ਭਾਰਤੀ ਜਾਣਦਾ, ਸਗੋਂ ਦੱਖਣੀ ਏਸ਼ੀਆ ਵਿੱਚ ਵੀ ਨਹੀਂ, ਸਗੋਂ ਵਿਸ਼ਵ ਵਿੱਚ ਵੀ ਜਦੋਂ ਵੀ ਮਨੁੱਖੀ ਹੱਕਾਂ ਦੀ ਗੱਲ ਹੁੰਦੀ ਆ ਜਾਂ ਮਾਨਵੀ ਅਧਿਕਾਰਾਂ ਦੀ ਗੱਲ ਹੁੰਦੀ ਆ ਤਾਂ ਉਹਨਾਂ ਦਾ ਨਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਸੂਰਜ ਵਾਂਗ ਚਮਕਦਾ ਸਾਨੂੰ ਦਿਖਾਈ ਦਿੰਦਾ ਹੈ। ਪਰ ਇਸ ਦੇ ਬਾਵਜੂਦ ਅਜਿਹੇ ਮਹਾਂਪੁਰਸ਼ਾਂ ਦੀ ਜੀਵਨ ਯਾਤਰਾ ਨੂੰ ਯਾਦ ਕਰਦੇ ਰਹਿਣਾ, ਦੁਹਰਾਉਂਦੇ ਰਹਿਣਾ, ਅੱਗੇ ਸਾਂਝੇ ਕਰਦਾ ਰਹਿਣਾ ਬੜਾ ਜ਼ਰੂਰੀ ਹੁੰਦਾ, ਤਾਂ ਜੋ ਅਸੀਂ ਉਹਨਾਂ ਦੇ ਆਦਰਸ਼ਾਂ ਉੱਪਰ ਚੱਲ ਸਕੀਏ, ਨਵੀਂ ਪੀੜ੍ਹੀ ਨੂੰ ਪ੍ਰੇਰਨਾ ਦੇ ਸਕੀਏ। ਸ਼੍ਰੀ ਗੁਰੂ ਤੇਗ ਬਹਾਦਰ ਜੀ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਿੰਘ ਜੀ ਦੇ 5ਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸਨ। ਬਾਕੀ ਭੈਣ ਭਰਾ ਵੱਡੇ ਸਨ, ਜਿਵੇਂ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ, ਬਾਬਾ ਟਲ ਰਾਏ, ਬੀਬੀ ਬੀਰੋ। ਇਤਿਹਾਸਕਾਰ ਦੱਸਦੇ ਨੇ ਕਿ 1 ਅਪ੍ਰੈਲ 1621 ਬਣਦਾ, ਐਤਵਾਰ ਦਾ ਦਿਨ, ਮਾਤਾ ਨਾਨਕੀ ਦੀ ਕੁੱਖੋਂ ਅੰਮ੍ਰਿਤਸਰ ਵਿੱਚ ਆਪ ਜੀ ਦਾ ਜਨਮ ਹੋਇਆ ਤੇ ਬਚਪਨ ਦਾ ਨਾਂ ਤਿਆਗ ਮੱਲ ਸੀ। ਇਹ ਵੀ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਦੇ ਵਿੱਚ ਆਉਂਦਾ ਹੈ। ਪਰ 14 ਸਾਲ ਦੀ ਉਮਰ ਵਿੱਚ ਜਦੋਂ ਕਰਤਾਰਪੁਰ ਸਾਹਿਬ ਵਿੱਚ ਮੁਗਲਾਂ ਦੇ ਨਾਲ ਲੜਾਈ ਹੋਈ ਤਾਂ ਉਹਨਾਂ ਨੇ ਤੇਗ ਦੇ ਜੌਹਰ ਦਿਖਾਏ, ਤਾਂ ਗੁਰੂ ਪਿਤਾ ਜਿਹੜੇ ਸ਼੍ਰੀ ਹਰਗੋਬਿੰਦ ਸਿੰਘ ਜੀ ਨੇ, ਉਹਨਾਂ ਨੇ ਆਪ ਦਾ ਨਾਂ ਤੇਗ ਬਹਾਦਰ ਭਾਵ ਤੇਗ ਦਾ ਧਨੀ ਕਰ ਦਿੱਤਾ।
ਸੋ ਇੱਕ ਗੱਲ ਤਾਂ ਸਪਸ਼ਟ ਹੋ ਜਾਣੀ ਚਾਹੀਦੀ ਆ ਕਿ ਪੰਜਵੇਂ ਪਾਤਸ਼ਾਹ ਸ਼੍ਰੀ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਜਿਵੇਂ ਆਪ ਜੀ ਦੇ ਪਿਤਾ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਸਨ, ਇਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਉਹ ਵੀ ਤੇਗ ਦੇ ਵੀ ਧਨੀ ਸਨ। ਤਾਂ ਤੇਗ ਦਾ ਜਿਹੜਾ ਧਨੀ ਹੋਣਾ ਇਹ ਕੇਵਲ ਮੁੱਢਲਾ ਨਾਂ ਜਿਹੜਾ ਤਿਆਗ ਆ, ਉੱਥੋਂ ਇਹ ਲੱਗਦਾ ਕਿ ਜਿਵੇਂ ਉਹ ਤਿਆਗੀ ਹੁੰਦੇ ਆ, ਉਹਨਾਂ ਦੀ ਬਾਣੀ ਵਿੱਚ ਵੀ ਆਉਂਦਾ ਨਹੀਂ, ਸਗੋਂ ਤੇਗੀ ਵੀ ਸੀਗੇ। ਇਹ ਦੋਨੋਂ ਗੁਣ ਨਾਲੋਂ ਨਾਲ ਚੱਲਦੇ ਆ। ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਬਾਣੀ ਦੀ ਵਿਆਖਿਆ ਕਰਨ ਲੱਗਿਆ ਇਹ ਗੱਲ ਬੜੀ ਮਹੱਤਵਪੂਰਨ ਬਣਦੀ ਆ। ਜਿਵੇਂ ਡਾਕਟਰ ਸੁਰਜੀਤ ਵੀ ਕਿਤੇ ਇਸ਼ਾਰਾ ਕਰ ਰਹੇ ਸੀਗੇ ਕਿ ਜਦੋਂ ਨਿਰਭੈਤਾ ਦੀ ਗੱਲ ਆਉਂਦੀ ਆ ਤਾਂ ਉਦੋਂ ਨਿਰਭੈਤਾ ਦੇ ਵਿੱਚੋਂ ਇੱਕ ਤਾਂ ਤਿਆਗ ਉਪਜਦਾ ਤੇ ਉਹ ਇਸ ਦੁਨਿਆਵੀ ਜੀਵਨ ਨੂੰ ਝੂਠਾ ਸਮਝ ਕੇ, ਜਾਂ ਜਿਹੜਾ ਸੰਸਾਰ ਅਸੀਂ ਜੀ ਰਹੇ ਹਾਂ ਇਹਨੂੰ ਝੂਠਾ ਸਮਝ ਕੇ 2 ਤਰ੍ਹਾਂ ਦੀਆਂ ਗੱਲਾਂ ਵਾਪਰਦੀਆਂ। ਇੱਕ ਪਾਸੇ ਤਿਆਗ ਮਨ ਵਿੱਚ ਆਉਂਦਾ ਤੇ ਦੂਸਰੇ ਪਾਸੇ ਜਿਹੜਾ ਇਹ ਕਿ ਜ਼ੁਲਮ ਦੇ ਖਿਲਾਫ ਧਰਮ ਯੁੱਧ ਦੇ ਵਿੱਚ ਜੂਝਣ ਦਾ ਚਾਅ ਪੈਦਾ ਹੁੰਦਾ। ਜ਼ਿੰਦਗੀ ਦੀ ਇਹ ਮਹੱਤਵਪੂਰਨ ਘਟਨਾ ਹੈ ਕਿ ਜਿਹੜੀ ਕਿਹਾ ਜਾ ਸਕਦਾ ਹੈ ਕਿ ਗੁਰਗੱਦੀ ਆ ਜਿਹੜੀ ਉਹਨਾਂ ਦੇ ਵੱਡੇ ਭਰਾ ਤਾਂ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਹਰਾਏ ਜੀ ਨੂੰ ਪ੍ਰਾਪਤ ਹੋਈ। ਅੱਗੋਂ ਉਹਨਾਂ ਨੇ ਆਪਣੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਬਖਸ਼ਿਸ਼ ਕੀਤੀ। ਜਦੋਂ ਬਾਕੀ ਸਾਖ ਸੰਬੰਧੀ, ਚਾਹੇ ਉਹ ਪ੍ਰਿਥੀ ਚੰਦ ਹੋਣ ਜਾਂ ਧੀਰਮਲ ਦੀਆਂ ਸੰਤਾਨਾਂ ਹੋਣ ਜਾਂ ਰਾਮ ਰਾਏ ਹੋਵੇ, ਉਹ ਸਾਰੇ ਮੁਗਲ ਹਾਕਮਾਂ ਦੀ ਸਹਾਇਤਾ ਨਾਲ ਗੱਦੀ ਥਿਆਉਣ ਲਈ ਗੁਰਮਤਿ ਦੇ ਸਿਧਾਂਤ ਅਤੇ ਬਾਣੀ ਦੋਨੋਂ ਬਦਲਣ ਲਈ ਤਿਆਰ ਸਨ। ਉਸ ਸਮੇਂ ਉਹ ਸਾਰੇ ਦੁਨਿਆਵੀ ਜੰਜਾਲਾਂ ਤੋਂ ਦੂਰ ਰਹਿ ਕੇ ਆਤਮ ਖੋਜ ਕਰ ਰਹੇ ਸੀਗੇ। ਜੇ ਕਿਤੇ ਤੇਗ ਚਲਾਈ ਸੀ ਤਾਂ ਹੁਣ ਆਤਮ ਖੋਜ ਦੇ ਰਸਤੇ ਦੇ ਵਿੱਚ ਸੀ। ਗੁਰੂ ਹਰਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਉਹਨਾਂ ਦੇ ਬੋਲੇ ਸ਼ਬਦ ਬਾਬਾ ਬਕਾਲਾ ਦਾ ਇਸ਼ਾਰਾ ਭਾਵਾਂ ਗੁਰੂ ਤੇਗ ਬਹਾਦਰ ਜੀ ਵਾਲੀ ਸੀ, ਪਰ ਉੱਥੇ ਜਿਵੇਂ ਸੋਢੀਆਂ ਨੇ 22 ਮੰਜੀਆਂ ਸਥਾਪਿਤ ਕਰ ਲਈਆਂ ਸੀ, ਉਹ ਲਾਲਚੀ ਮਸੰਦਨੁਮਾ ਪ੍ਰਵਿਰਤੀ ਦਾ ਪ੍ਰਗਟਾਵਾ ਸੀ। ਤਾਂ ਅਸੀਂ ਇਤਿਹਾਸ ਦੇ ਵਿੱਚ ਸਾਰੇ ਇੱਕ ਸਾਖੀ ਜਾਣਦੇ ਹਾਂ ਕਿ ਸੌਦਾਗਰ ਮੱਖਣ ਸ਼ਾਹ ਜਿਹੜੇ ਪਹੁੰਚਦੇ ਆ, ਜਿਨ੍ਹਾਂ ਨੇ ਕਿਹਾ ਜਾਂਦਾ ਕਿ ਉਹਨਾਂ ਨੇ ਇੱਕ ਸੁਖਣਾ ਸੁਖੀ ਸੀ ਕਿ ਮੇਰਾ ਜਹਾਜ਼ ਸਹੀ ਸਲਾਮਤ ਸਿਰੇ ਲੱਗ ਜੇ ਤੇ ਮੈਂ 500 ਮੋਹਰਾਂ ਗੁਰੂ ਦਰਬਾਰ ਦੇ ਵਿੱਚ ਭੇਟ ਕਰਾਂਗਾ, ਗੁਰੂ ਚਰਨਾਂ 'ਚ ਭੇਟ ਕਰਾਂਗਾ। ਪਰ ਜਦੋਂ ਉੱਥੇ ਪਹੁੰਚੇ ਤੇ ਉੱਥੇ 22 ਵਿਅਕਤੀ ਵੇਖੇ ਤਾਂ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਪ੍ਰਤਿਆਵਾ ਲੈਣ ਲਈ ਹਰ ਅੱਗੇ 2 ਮੋਹਰਾਂ ਰੱਖੀਆਂ। ਤਾਂ ਹੁਣ ਇੱਥੇ ਗੱਲ ਬੜੀ ਖੂਬਸੂਰਤ ਵਾਪਰਦੀ ਹੈ। ਜਿਵੇਂ ਸਾਖੀਕਾਰ ਸਾਖੀ ਸੁਣਾਉਂਦੇ ਆ ਕਿ ਤਿਆਗੀ ਜਿਹੜੇ ਤਾਂ ਗੁਰੂ ਹੈਗੇ ਆ ਉਹ ਤਾਂ 2 ਮੋਹਰਾਂ ਤੇ ਪ੍ਰਸੰਨ ਹੋ ਜਾਂਦੇ, ਜਿਹੜੇ ਤਥਾਕਥਿਤ ਗੁਰੂ ਬਣੇ ਬੈਠੇ ਆ। ਪਰ ਜਿਹੜਾ ਤਿਆਗੀ ਗੁਰੂ ਆ ਉਹ ਯਾਦ ਕਰਾਉਂਦਾ 500 ਮੋਹਰਾਂ ਦੀਆਂ ਕਿ ਭਾਈ ਤੂੰ ਤੇ ਸਾਡੇ ਨਾਲ ਵਚਨ 500 ਮੋਹਰਾਂ ਦਾ ਕੀਤਾ ਸੀ। ਤਾਂ ਮੱਖਣ ਸ਼ਾਹ ਲਬਾਣਾ, ਜਿਵੇਂ ਆਪਾਂ ਜਾਣਦੇ ਹਾਂ ਕਿ ਗੁਰੂ ਲਾਧੋਰੇ ਦੀ ਧੁਨੀ ਉਚਾਰਦਿਆਂ ਰੌਲਾ ਪਾ ਦਿੰਦਾ। ਹੁਣ ਇਹ ਜਿਹੜਾ ਗੱਲ ਹੈਗੀ ਆ ਅਸਲ ਦੇ ਵਿੱਚ ਇਹ ਸਾਖੀ ਦਾ ਇੱਕ ਵੱਡਾ ਪ੍ਰਤੀਕਾਤਮਕ ਅਰਥ ਆ ਕਿ ਜਿਹੜੇ ਗੁਰੂ ਲਾਲਚੀ ਨੇ ਉਹ ਤਾਂ 2 ਮੋਹਰਾਂ ਦਾ ਲਾਲਚ ਕਰਦੇ ਨੇ, ਤੇ ਜਿਹੜਾ ਗੁਰੂ ਤਿਆਗੀ ਆ, ਜਿਹੜਾ ਗੁਰੂ ਇੱਕ ਪਾਸੇ ਬੈਠਾ ਹੈ, ਉਹ ਗੁਰੂ ਜੇ ਇਹ ਆਸ ਕਰਦਾ ਹੈ ਕਿ 500 ਮੋਹਰਾਂ ਦੀ ਗੱਲ ਆ ਤੇ ਇੱਥੇ 500 ਮੋਹਰਾਂ ਪ੍ਰਾਪਤ ਕਰਨ ਦੀ ਇੱਛਾ ਨਹੀਂ ਗੀ। ਇੱਥੇ ਤਾਂ ਇੱਕ ਗੁਰੂ ਨਾਲ ਜਿਹੜਾ ਦਿੱਤਾ ਹੋਇਆ ਵਚਨ ਆ ਉਹ ਪਾਲਣਾ ਦੀ ਗੱਲ ਆ। ਤਾਂ ਇੱਥੋਂ ਅਸੀਂ ਅੱਗੇ ਜਦੋਂ ਤੁਰਦੇ ਹਾਂ ਉਹਨਾਂ ਦੇ ਜੀਵਨ ਘਟਨਾ ਬਾਰੇ, ਤਾਂ ਅਗਲੀ ਜਿਹੜੀ ਇਹ ਘਟਨਾ ਮਹੱਤਵਪੂਰਨ ਇਹ ਵਾਪਰਦੀ ਆ ਕਿ ਹਰਮੰਦਰ ਸਾਹਿਬ ਨੂੰ ਉਹ ਦਰਸ਼ਨਾਂ ਨੂੰ ਜਾਂਦੇ ਆ, ਪਰ ਉੱਥੇ ਕਾਬਜ ਪੁਜਾਰੀਆਂ ਵੱਲੋਂ ਦਰ ਬੰਦ ਕਰ ਦਿੱਤਾ ਜਾਂਦਾ ਹੈ। ਉਹ ਬਾਹਰ ਥੜੇ ਤੇ ਬੈਠ ਕੇ ਵਾਪਸ ਆ ਜਾਂਦੇ ਆ। ਤਾਂ ਹੁਣ ਇੱਥੇ ਬੜੀ ਇੱਕ ਮਹੱਤਵਪੂਰਨ ਗੱਲ ਆ ਕਿ ਇੱਕ ਪਾਸੇ ਤਾਂ ਦਿੱਲੀ ਦੇ ਹੁਕਮਰਾਨਾਂ ਰਾਹੀਂ ਗੁਰਗੱਦੀ ਤੇ ਲਾਲਚੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ, ਦੂਜੇ ਪਾਸੇ ਜਿਹੜਾ ਰੂਹਾਨੀਅਤ ਦਾ ਕੇਂਦਰ ਮੰਨਿਆ ਜਾ ਰਿਹਾ ਹੈ ਉੱਥੇ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਪਰ ਉਹਨਾਂ ਨੇ ਇਸ ਮਸਲੇ ਨੂੰ ਝਗੜਾ ਨਹੀਂ ਬਣਾਇਆ, ਕਿਉਂਕਿ ਲੜਾਈ ਹੈ ਜਿਹੜੀ ਉਹ ਆਪਣਿਆਂ ਨਾਲ ਹੋਣੀ ਸੀ। ਉਹਨਾਂ ਨੇ ਆਤਮ ਖੋਜ ਜਾਰੀ ਰੱਖੀ ਤੇ ਵੱਡੇ ਪ੍ਰਸ਼ਨ ਕਿ ਹਰ ਮਨੁੱਖ ਨੂੰ ਆਪਣੇ ਵਿਸ਼ਵਾਸ ਅਨੁਸਾਰ, ਆਪਣੇ ਅਕੀਦੇ ਅਨੁਸਾਰ ਜਿਹੜੀ ਜ਼ਿੰਦਗੀ ਜਿਉਣ ਦਾ ਹੱਕ ਹੋਣਾ ਚਾਹੀਦਾ ਹੈ। ਇਹ ਉਸ ਸਮੇਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਵੇਂ ਕਿਹਾ ਜਾਂਦਾ ਇਤਿਹਾਸ ਵਿੱਚ ਆਉਂਦਾ ਹੈ ਕਿ 25 ਮਈ 1675 ਨੂੰ ਕਸ਼ਮੀਰੀ ਜਿਹੜੇ ਪੰਡਤ ਆ ਕਿਰਪਾ ਰਾਮ ਦੀ ਗਵਾਹੀ ਚ ਆਏ ਤੇ ਆਪਣੀ ਵਿਥਿਆ ਸੁਣਾਈ ਕਿ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ, ਜੰਝੂ ਉਤਾਰਿਆ ਜਾ ਰਿਹਾ। ਤੇ ਉਹਨੇ ਆਖਿਆ ਕਿ ਅੱਜ ਕਿਸੇ ਵੱਡੇ ਮਹਾਪੁਰਸ਼ ਦੀ ਕੁਰਬਾਨੀ ਦੀ ਜ਼ਰੂਰਤ ਆ। ਤੇ ਇਹ ਵੀ ਆਖਿਆ ਜਾਂਦਾ ਕਿ ਬਾਲ ਗੋਬਿੰਦ, ਜਦੋਂ ਹਜੇ ਗੁਰੂ ਗੋਬਿੰਦ ਸਿੰਘ ਜੀ ਨਹੀਂ ਬਣੇ ਸੀ, ਉਹਨਾਂ ਨੇ ਆਖਿਆ ਕਿ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ। ਤਾਂ ਉਹ ਇਸ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਖਿਆ, ਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਜਾਓ, ਤੁਸੀਂ ਜਾਓ, ਬਾਦਸ਼ਾਹ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਗਏ ਤਾਂ ਅਸੀਂ ਵੀ ਮੁਸਲਮਾਨ ਬਣ ਜਾਾਂਗੇ। ਹੁਣ ਇਹ ਜਿਹੜੀਆਂ ਘਟਨਾਵਾਂ ਨੇ, ਮੈਂ ਇਹ ਘਟਨਾਵਾਂ ਇਸ ਕਰਕੇ ਸਾਂਝੀਆਂ ਕਰ ਰਿਹਾ, ਗੱਲ ਸਾਡੀ ਭਾਵਾਂ ਟੀਕਾਕਾਰੀ ਤੇ ਆ ਕਿ ਕੀ ਇਹਨਾਂ ਘਟਨਾਵਾਂ ਦੇ ਬਗੈਰ
ਅਸੀਂ ਉਹਨਾਂ ਦੀ ਬਾਣੀ ਨੂੰ ਠੀਕ ਪ੍ਰਸੰਗ 'ਚ ਸਮਝ ਸਕਦੇ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਮਾਲਵੇ ਦੇ ਵਿੱਚ ਵੀ ਪ੍ਰਚਾਰ ਕੀਤਾ ਤੇ ਦੂਰ ਤੱਕ ਪ੍ਰਚਾਰ ਕੀਤਾ। ਮਾਲਵੇ ਤੋਂ ਇਲਾਵਾ ਬਾਂਗਲਾਦੇਸ਼ 'ਚ ਪ੍ਰਚਾਰ ਕੀਤਾ, ਬਾਂਗਲਾਦੇਸ਼ ਤੋਂ ਇਲਾਵਾ ਉਹਨਾਂ ਨੇ ਅਸਾਮ ਦੇ ਵਿੱਚ ਪ੍ਰਚਾਰ ਕੀਤਾ। ਤਾਂ ਉਹ ਸਾਰਾ ਇਲਾਕਾ ਦੇ ਵਿੱਚ ਉਹਨਾਂ ਦਾ ਪ੍ਰਚਾਰ ਸੀ। ਤੇ ਉਸੇ ਸਮੇਂ ਹੀ ਜਦੋਂ ਕਿਹਾ ਜਾ ਸਕਦਾ ਕਿ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਦੀ ਗੁਜ਼ਰ ਰਹੇ ਸੀਗੇ, ਤਾਂ ਉਹ ਸਾਰੀਆਂ ਗੱਲਾਂ ਅਸੀਂ ਜਾਣਦੇ ਹਾਂ। ਹੁਣ ਇਹ ਕਿ ਜਦੋਂ ਅੱਖਾਂ ਦੇ ਸਾਹਮਣੇ ਹੀ ਬਾਦਸ਼ਾਹ ਨੇ ਇਸਲਾਮ ਕਬੂਲ ਕਰਨ ਲਈ ਜਾਂ ਕਰਾਮਾਤ ਦਿਖਾਉਣ ਦੀ ਸ਼ਰਤ ਰੱਖੀ ਹੋਵੇ, ਤਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਅੱਖਾਂ ਸਾਹਮਣੇ ਤਸੀਹਤ ਦੇ ਕੇ ਸ਼ਹੀਦ ਕਰ ਦਿੱਤਾ ਹੋਵੇ, ਤੇ ਉਸ ਤੋਂ ਬਾਅਦ ਜਦੋਂ ਸਿਰ ਕਲਮ ਕਰ ਦਿੱਤਾ ਜਾਵੇ, ਅਸੀਂ ਇਤਿਹਾਸ ਦੇ ਵਿੱਚ ਜਾਣਦੇ ਹਾਂ ਕਿ ਜਿਹੜੀਆਂ ਅੱਗੇ ਸਾਖੀਆਂ ਚੱਲਦੀਆਂ ਨੇ ਕਿ ਕਿਸ ਪ੍ਰਕਾਰ ਕੁਦਰਤ ਦਾ ਕਹਿਰ ਝੁੱਲਿਆ, ਕਿਸ ਪ੍ਰਕਾਰ ਜਿਹੜਾ ਉੱਥੋਂ ਸੀਸ ਆ ਉਹ ਭਾਈ ਜੈਤਾ ਜੀ, ਜਿਹੜੇ ਬਾਅਦ ਦੇ ਵਿੱਚ ਭਾਈ ਜੀਵਨ ਸਿੰਘ ਦੇ ਨਾਂ ਨਾਲ ਪ੍ਰਸਿੱਧ ਹੋਏ, ਉਹ ਲੈ ਕੇ ਜਿਹੜਾ ਸੀਸ ਆ ਉਹ ਪਹੁੰਚੇ ਅਨੰਦਪੁਰ ਸਾਹਿਬ। ਤੇ ਜਿਹੜਾ ਧੜ ਆ ਉਹਨੂੰ ਲੱਖੀ ਸ਼ਾਹ ਵਣਜਾਰੇ ਨੇ ਜਿਹੜਾ ਹੈਗਾ ਉਹ ਆਪਣੇ ਘਰ ਦੇ ਵਿੱਚ ਉਹਦਾ ਸੰਸਕਾਰ ਕੀਤਾ। ਤਾਂ ਉਹ ਘਟਨਾਵਾਂ ਨੂੰ ਅਸੀਂ ਸਾਰੇ ਜਾਣਦੇ ਹਾਂ। ਅੱਜ ਕੱਲ੍ਹ ਉੱਥੇ ਥਾਂ ਥਾਂ ਤੇ ਗੁਰਦੁਆਰਾ ਸਾਹਿਬ ਬਣੇ ਹੋਏ ਆ, ਗੁਰਦੁਆਰਾ ਸੀਸਗੰਜ, ਗੁਰਦੁਆਰਾ ਰਕਾਬਗੰਜ ਤੇ ਕਰਤਾਰਪੁਰ ਸਾਹਿਬ ਦੇ ਵਿੱਚ। ਇਹ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹੈਗੇ ਆ, ਇਹਨਾਂ ਦਾ ਮੇਰਾ ਮੰਤਵ ਇਹ ਹੈ ਕਿ ਜਦੋਂ ਅਸੀਂ ਕਿਸੇ ਰਚਨਾ ਨੂੰ ਸਮਝਣਾ, ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਅਰਥ ਆ ਜਿਹੜੇ ਉਹ ਪਾਠ ਦੇ ਵਿੱਚ ਪਏ ਹੁੰਦੇ ਆ, ਟੈਕਸਟ ਦੇ ਵਿੱਚ ਪਏ ਆ, ਬਾਣੀ ਦੇ ਵਿੱਚ ਪਏ ਆ। ਉਹਨਾਂ ਪਾਠਾਂ ਦੇ ਲਈ ਜਿਹੜੇ ਸ਼ਬਦ ਨੇ, ਉਹਨਾਂ ਸ਼ਬਦਾਂ ਦੇ ਅਸੀਂ ਕੋਸ਼ਗਤ ਅਰਥ ਦੇਖਦੇ ਹਾਂ। ਕੋਸ਼ਗਤ ਅਰਥ ਦੇਖਦੇ ਹਾਂ, ਉਹ ਇੱਕ ਪੜਾਅ ਹੈ ਕਿ ਅਸੀਂ ਕੋਸ਼ਗਤ ਅਰਥਾਂ ਨੂੰ ਦੇਖਦੇ ਹਾਂ। ਪਰ ਬਹੁਤ ਸਾਰੇ ਜਿਹੜੇ ਅਰਥ ਨੇ ਉਹ ਕੋਸ਼ਗਤ ਅਰਥਾਂ ਤੋਂ ਸਾਨੂੰ ਪ੍ਰਾਪਤ ਨਹੀਂ ਹੁੰਦੇ। ਤਾਂ ਉਹਦੇ ਲਈ ਸਾਨੂੰ ਪ੍ਰਸੰਗ ਦੇਖਣਾ ਪੈਂਦਾ। ਤਾਂ ਪ੍ਰਸੰਗ ਦੇਖਣ ਦੇ ਲਈ ਕਿ ਜਿਸ ਸਮੇਂ ਉਹ ਬਾਣੀ ਰਚੀ ਜਾ ਰਹੀ ਸੀ, ਜਿਸ ਸਮੇਂ ਉਹ ਸ਼ਬਦ ਉਚਾਰੇ ਜਾ ਰਹੇ ਸੀ, ਤਾਂ ਉਹਨਾਂ ਦਾ ਪ੍ਰਸੰਗ ਕੀ ਆ, ਉਹ ਪ੍ਰਸੰਗ ਦੇਖਣਾ ਪੈਂਦਾ। ਤੇ ਪ੍ਰਸੰਗ ਤੋਂ ਬਾਅਦ ਜਦੋਂ ਅਸੀਂ ਉਹਨਾਂ ਅਰਥਾਂ ਦੀ ਅੱਜ ਦੇ ਸਮੇਂ ਦੇ ਵਿੱਚ ਵਿਆਖਿਆ ਕਰਦੇ ਹਾਂ, ਤਾਂ ਉਸ ਸਮੇਂ ਮਹੱਤਵਪੂਰਨ ਹੋ ਜਾਂਦਾ ਹੈ ਕਿ ਅੱਜ ਦੀ ਸਥਿਤੀ ਕੀ ਹੈ। ਤੋ ਕਿਸੇ ਰਚਨਾ ਦੀ ਵਿਆਖਿਆ ਕਰਨ ਲਈ ਕੇਵਲ ਪਾਠ, ਕੇਵਲ ਉਸ ਸਮੇਂ ਦਾ ਪ੍ਰਸੰਗ ਹੀ ਨਹੀਂ, ਸਗੋਂ ਅੱਜ ਦਾ ਮੌਜੂਦਾ ਸਮੇਂ ਦਾ ਜਿਹੜਾ ਪ੍ਰਸੰਗ ਆ ਉਹ ਵੀ ਵਿਆਖਿਆ ਦੇ ਸਮੇਂ ਬੜਾ ਮਹੱਤਵਪੂਰਨ ਹੋ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਆਪ ਜੀ ਦੀ ਬਾਣੀ ਹੈ ਜਿਹੜੀ ਉਹ 15 ਰਾਗਾਂ ਦੇ ਵਿੱਚ ਆ। ਉਹਦੇ ਵਿੱਚ ਅਸੀਂ ਕਿਹਾ ਜਾ ਸਕਦਾ ਹੈ ਕਿ ਸ਼ਬਦ ਨੇ, ਉਹ ਜਿਹੜੇ ਸ਼ਬਦ ਨੇ ਉਹ ਪਦਿਆਂ ਦੇ ਰੂਪ ਵਿੱਚ ਆ, ਦੁਪਦਿਆਂ ਦੇ ਰੂਪ ਵਿੱਚ ਆ, ਤ੍ਰਿਪਦਾਂ ਦੇ ਰੂਪ ਵਿੱਚ ਆ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਇਸ ਤੋਂ ਇਲਾਵਾ 57 ਸ਼ਲੋਕ ਨੇ। ਤੋ ਆਪ ਦੀ ਬਾਣੀ ਦੀ ਜਦੋਂ ਪਹਿਲੀ ਪੜ੍ਹਤ ਕੀਤੀ ਜਾਂਦੀ ਹੈ ਤਾਂ ਆਮ ਕਰਕੇ ਕਿਹਾ ਜਾਂਦਾ ਹੈ ਕਿ ਵਿਰਾਗ ਤੇ ਭਗਤੀ ਪ੍ਰਧਾਨ ਆ। ਪਰ ਜਦੋਂ ਅਸੀਂ ਉਹਨਾਂ ਦੀ ਬਾਣੀ ਨੂੰ ਉਸ ਸਮੇਂ ਦੀਆਂ ਸਮਕਾਲੀ ਹਾਲਤਾਂ ਨਾਲ ਜੋੜ ਕੇ ਪੜ੍ਹਦੇ ਹਾਂ, ਤਾਂ ਵਿਰਾਗ ਦੇ ਨਾਲ ਨਾਲ ਮਹੱਤਵਪੂਰਨ ਗੱਲ ਹੈ ਕਿ ਉਹ ਸਧਾਰਨ ਦੁਨਿਆਵੀ ਚੀਜ਼ਾਂ ਤੋਂ ਉੱਪਰ ਉੱਠਣ ਦੇ ਨਾਲ ਗੱਲ ਆ। ਤੇ ਉਹ ਦੁਨਿਆਵੀ ਚੀਜ਼ਾਂ ਤੋਂ ਉੱਪਰ ਉੱਠਣਾ ਹੈ ਕਿ ਚਾਹੇ ਹਰਿਮੰਦਰ ਸਾਹਿਬ ਦੇ ਬੂਹੇ ਭੇੜੇ ਜਾਣ, ਚਾਹੇ ਉਹ ਇਹ ਕਿ ਗੱਦੀ ਦੇ ਲਈ ਉਸੇ ਸਮੇਂ ਹੀ ਗੁਰੂ ਘਰ ਦੇ ਵਿੱਚ ਇੱਕ ਕੱਲਿਆ ਕਲੇਸ਼ ਹੋ ਰਿਹਾ ਹੋਵੇ, ਵੱਖ-ਵੱਖ ਹੋਰ ਜਿਹੜੇ ਧਿਰਾਂ ਨੇ, ਗੁਰੂ ਸਾਹਿਬ ਦੀਆਂ ਹੋਰ ਸੰਤਾਨਾਂ ਨੇ, ਉਹ ਦਾਅਵੇ ਕਰ ਰਹੀਆਂ ਹੋਣ, ਉਸ ਸਮੇਂ ਆਤੰਕ ਰਹਿਣਾ ਜਿਹੜਾ, ਉਸ ਦੇ ਨਾਲ ਅਸੀਂ ਜੇ ਜੋੜ ਕੇ ਪੜ੍ਹੀਏ ਤਾਂ ਉਹਦੇ ਸਾਨੂੰ ਵੱਖਰੇ ਅਰਥ ਪ੍ਰਾਪਤ ਹੁੰਦੇ ਆ। ਉਹ ਆਤਮਿਕ ਜਿਹੜੀ ਸ਼ਕਤੀ ਆ, ਉਹਦੀ ਜਿਹੜੀ ਪ੍ਰਤੀਧੁਨੀ ਆ, ਉਹ ਸੁਣਾਈ ਦਿੰਦੀ ਆ। ਉਹਨਾਂ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਇੱਕ ਵਿਰੋਧ ਜੁੱਟ ਬੜੇ ਦਿਖਾਈ ਦਿੰਦੇ ਆ ਕਿ ਜਿਨ੍ਹਾਂ ਤੋਂ ਉਹਨਾਂ ਨੇ ਉੱਪਰ ਉੱਠਣ ਲਈ ਆਖਿਆ। ਵਿਰੋਧ ਜੁੱਟਾਂ ਨਿੰਦਿਆ ਤੇ ਉਸਤਤ, ਮਾਨ ਤੇ ਅਪਮਾਨ, ਹਰਖ ਤੇ ਸੋਗ, ਦੁੱਖ ਤੇ ਸੁੱਖ, ਇਹਨਾਂ ਸਭ ਨੂੰ ਉਹ ਸਮ ਕਰਕੇ ਜਾਣਨ ਦੀ ਗੱਲ ਕਰਦੇ ਆ, ਬਰਾਬਰ ਜਾਣਨ ਦੀ ਗੱਲ ਕਰਦੇ ਆ। ਸੱਚਮੁੱਚ ਹੀ ਖੁਸ਼ੀ ਖੁਸ਼ੀ ਹੁੰਦੀ ਆ ਤੇ ਦੁੱਖ ਦੁੱਖ ਹੁੰਦਾ। ਤੇ ਸੱਚਮੁੱਚ ਹੀ ਅਸੀਂ ਜਾਣਦੇ ਹਾਂ ਕਿ ਨਿੰਦਿਆ ਨਿੰਦਿਆ ਹੁੰਦੀ ਹੈ ਤੇ ਅਪਮਾਨ ਅਪਮਾਨ ਹੁੰਦਾ ਹੈ। ਪਰ ਜਦੋਂ ਅਸੀਂ ਇਹ ਸਮਝ ਲੈਂਦੇ ਆ ਕਿ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਇੱਕ ਸਮਾਨ ਨੇ, ਤਾਂ ਉਸ ਸਮੇਂ ਜਿਹੜਾ ਮਨੁੱਖ ਦੇ ਅੰਦਰ ਨਿਰਭੈਤਾ ਪ੍ਰਗਟ ਹੁੰਦੀ ਆ, ਉਹ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਸਾਨੂੰ ਉਜਾਗਰ ਹੁੰਦੀ ਆ। ਵਾਰ ਦੇ ਵਾਰ ਉਹਨਾਂ ਨੇ ਇਸ ਜ਼ਿੰਦਗੀ ਦੇ ਵਿੱਚ, ਜਿਹੜੀ ਜ਼ਿੰਦਗੀ ਸਾਨੂੰ ਅੱਜ ਪ੍ਰਾਪਤ ਆ, ਉਹਦੇ ਵਿੱਚ ਖਚਤ ਨਾ ਹੋਣ ਦਾ ਉਪਦੇਸ਼ ਦਿੰਦੇ ਆ, ਪਰ ਉਹ ਦੁਨੀਆ ਤੋਂ ਭੱਜਦੇ ਨਹੀਂ। ਪਹਿਲੀ ਉਮਰੇ ਜਿਹੜੀ ਤੇਗ ਚਲਾਉਣੀ ਤੇ ਪਿਛਲੀ ਉਮਰੇ ਕੁਰਬਾਨੀ ਦੇਣੀ, ਦੋਨੇ ਹੀ ਨਿਰਭੈਤਾ ਦਾ ਸੰਕੇਤ ਦਿੰਦੇ ਆ। ਜੀਵਨ ਦੇ ਦੋਨੇ ਕਾਰਜ ਤੇ ਉਹਨਾਂ ਦੇ ਭਾਵਾਂ ਤੋਂ ਉੱਪਰ ਉੱਠਣ ਕਰਕੇ ਸੰਭਵ ਸੀਗਾ।
ਉਹਨਾਂ ਨੇ ਆਪਣੀ ਬਾਣੀ 'ਚ ਨਾਮ ਭਗਤੀ ਤੇ ਪ੍ਰੇਮ ਨੂੰ ਦਰੜਾਇਆ, ਪਰ ਬਾਹਰੀ ਭੇਖ, ਤੀਰਥ ਇਸ਼ਨਾਨ, ਦਾਨ ਪੁੰਨ ਤੇ ਸ਼ਾਸਤਰਾਂ ਦੇ ਗਿਆਨ ਨੂੰ ਵਾਰ-ਵਾਰ ਤੁੱਛ ਕਿਹਾ। ਉਹਨਾਂ ਨੇ ਕਿਹਾ ਕਿ ਤੀਰਥ ਹੋਇਆ ਜਾਂ ਭੇਖ ਹੋਇਆ ਜਾਂ ਦਾਨ ਪੁੰਨ ਹੋਇਆ, ਇਹਨਾਂ ਦਾ ਉਹਨਾਂ ਮਹੱਤਵ ਨਹੀਂ ਜਿੰਨਾ ਭਗਤੀ ਦਾ, ਪ੍ਰੇਮ ਦਾ ਮਹੱਤਵ ਹੈਗਾ। ਉਹਨਾਂ ਨੇ ਮਾਨਵੀ ਰਿਸ਼ਤਿਆਂ ਨੂੰ ਪ੍ਰਵਾਨ ਕੀਤਾ, ਪਰ ਜਿਹੜੇ ਰਿਸ਼ਤੇ ਜਦੋਂ ਇਹ ਬੰਧਨ ਬਣ ਜਾਣ ਤਾਂ ਉਦੋਂ ਉਹਨਾਂ ਨੂੰ ਇਹਨਾਂ ਤੋਂ ਨਿਰਲੇਪ ਰਹਿਣ ਲਈ ਆਖਿਆ, ਚਾਹੇ ਧੀਆਂ ਪੁੱਤ ਹੋਣ, ਚਾਹੇ ਮਾਪੇ ਹੋਵੇ, ਚਾਹੇ ਪਤਨੀ ਹੋਵੇ। ਬਾਹਰੀ ਸੰਸਾਰ ਦੇ ਛਿਨ ਭੰਗਰ ਰਹਿਣ ਨੂੰ ਜਲ ਦੇ ਬੁੱਧਬਦੇ ਨਾਲ ਤਲਨਾਇਆ, ਤੇ ਛਿਨ ਭੰਗਰ ਜਿਹੜਾ ਮਾਇਆਵੀ ਸੰਸਾਰ ਆ, ਇਹਦੇ ਲਈ ਜਿਹੜੀਆਂ ਦੋ ਪ੍ਰਤੀਕ ਵਾਰ-ਵਾਰ ਵਰਤੇ ਆ। ਇੱਕ ਇਹ ਮਾਇਆਵੀ ਸੰਸਾਰ ਨੂੰ, ਦਿਸਦਾ ਸੰਸਾਰ ਆ ਜਿਹੜਾ, ਉਹਦਾ ਜਦੋਂ ਕੱਖ ਸੱਚ ਸਾਨੂੰ ਸਮਝ ਨਹੀਂ ਆਉਂਦਾ ਤੇ ਉਹਨੂੰ ਸੁਪਨੇ ਨਾਲ ਤਲਨਾਇਆ, ਤੇ ਦੂਸਰਾ ਜਿਹੜੀ ਬਾਲੂ ਕੀ ਭੀਤ, ਜਿਹੜਾ ਰੇਤ ਦੀ ਕੰਧ ਤੇ ਮਿਰਗ ਤ੍ਰਿਸ਼ਨਾ ਜਿਹੜੀ, ਉਹਦਾ ਜ਼ਿਕਰ ਵਾਰ-ਵਾਰ ਆਉਂਦਾ। ਉਹਨਾਂ ਦੀ ਬਾਣੀ ਦੇ ਵਿੱਚ ਗਣਕਾ, ਅਜ਼ਾਮਲ ਤੇ ਧਰੂ ਭਗਤ ਦਾ ਵਾਰ-ਵਾਰ ਜ਼ਿਕਰ ਆਉਂਦਾ। ਇਹਨਾਂ ਹਵਾਲਿਆਂ ਨਾਲੋਂ ਤਥਾ ਕਥਿਤ ਬੁਰੇ ਮਨੁੱਖ ਦੇ ਪਿਛਲੇ ਬੁਰੇ ਵਿਵਹਾਰ ਨੂੰ ਹੀ ਨਹੀਂ, ਸੁਧਰ ਕੇ ਸਗੋਂ ਪ੍ਰੇਮ ਭਾਵ ਨਾਲ, ਨਾਮ ਨਾਲ ਜੁੜਨ ਦੀ ਗੱਲ ਕਰਦੇ ਆ। ਉਹਨਾਂ ਦੀ ਬਹੁਤ ਜਿਹੜੀ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਪ੍ਰਸ਼ਨੋਤਰੀ ਵਿਧੀ ਵਰਤੀ ਗਈ ਹੈ ਕਿ ਪਹਿਲਾਂ ਪ੍ਰਸ਼ਨ ਕੀਤਾ ਜਾਂਦਾ ਹੈ, ਫਿਰ ਉਹਦਾ ਅਰਥ ਦਿੱਤਾ ਜਾਂਦਾ ਹੈ। ਮੇਰੀ ਸਮਝ ਦੇ ਅਨੁਸਾਰ ਵੈਸੇ ਤੇ ਇਹ ਕਿ ਜਿਵੇਂ ਪਹਿਲਾਂ ਵੀ ਡਾਕਟਰ ਸਰਜੀਤ ਨੇ ਕਿਹਾ ਕਿ ਅਸੀਂ ਆਧੁਨਿਕ ਸਾਹਿਤ ਨੂੰ ਜ਼ਿਆਦਾ ਪੜ੍ਹਦੇ ਰਹਿੰਦੇ ਹਾਂ, ਗੁਰਬਾਣੀ ਸਾਹਿਤ ਆ ਜਿਹੜਾ ਉਹ ਸਾਡਾ ਅਧਿਐਨ ਦਾ ਪਹਿਲਾ ਕੇਂਦਰ ਉਸ ਤਰ੍ਹਾਂ ਨਹੀਂ ਬਣਿਆ ਕਿ ਅਸੀਂ ਇਹਨੂੰ ਇੱਕ ਡਿਸਪਲਿਨ ਵਜੋਂ ਲੰਮਾ ਸਮਾਂ ਪੜ੍ਹਿਆ ਹੋਵੇ, ਪਰ ਜਦੋਂ ਵੀ ਪੜ੍ਹਦੇ ਹਾਂ ਤਾਂ ਉਦੋਂ ਜਿਹੜੇ ਅਰਥ ਜਾਗਰ ਹੁੰਦੇ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ। ਤਾਂ ਇਹ ਲੱਗਦਾ ਹੈਗਾ ਕਿ ਸ਼ਾਬਦਿਕ ਅਰਥਾਂ ਤੋਂ ਪਾਰ ਜਾ ਕੇ ਸਮਝਣ ਦੀ ਜ਼ਰੂਰਤ ਆ। ਕੇਵਲ ਕੋਸ਼ਗਤ ਅਰਥ ਹੀ ਮਹੱਤਵਪੂਰਨ ਨਹੀਂ, ਸਗੋਂ ਰਾਜਸੀ ਸਮਾਜਿਕ ਪ੍ਰਸਥਿਤੀਆਂ ਨੂੰ ਸਮਝਣ ਦੀ ਜ਼ਰੂਰਤ ਆ। ਵਿਆਖਿਆ ਦੇਣ ਸਮੇਂ ਮੌਜੂਦਾ ਰਾਜਸੀ ਅਤੇ ਸਮਾਜਿਕ ਪ੍ਰਸਥਿਤੀਆਂ ਨੂੰ ਬਰਾਬਰ ਮਹੱਤਵ ਦੇਣ ਦੀ ਜ਼ਰੂਰਤ ਆ। ਤੇ ਇਹ ਵੀ ਲੱਗ ਰਿਹਾ ਕਿ ਕੁਝ ਚੀਜ਼ਾਂ ਜਿਹੜੀਆਂ ਉਹ ਸਾਨੂੰ ਦੁਬਾਰਾ ਟੀਕਿਆਂ ਦੇ ਮਾਮਲੇ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਸੀ ਕਿ ਬਹੁਤ ਸਾਰੇ ਟੀਕੇ ਜਾਂ ਵਿਆਖਿਆਵਾਂ ਪ੍ਰਚਲਿਤ ਨੇ, ਪਰ ਜਿਹੜੇ ਦੋ ਕਲਾਸੀਕਲ ਕੰਮ ਨੇ, ਇੱਕ ਜਿਹੜਾ ਫਰੀਦਕੋਟ ਵਾਲਾ ਟੀਕਾ ਕਿਹਾ ਜਾਂਦਾ ਜਾਂ ਫਰੀਦਕੋਟੀ ਟੀਕਾ ਜਿਹੜਾ ਗਿਆਨੀ ਬਦਨ ਸਿੰਘ ਨੇ ਕੀਤਾ ਸੀ, ਤੇ ਦੂਜਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਆ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ। ਜਦੋਂ ਉਹਨਾਂ ਟੀਕਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈ ਉਹ ਸਾਨੂੰ ਉਹਨਾਂ ਟੀਕਿਆਂ ਤੋਂ ਹੁਣ ਪਾਰ ਜਾ ਕੇ ਸਮਝਣ ਦੀ ਗੱਲ ਹੈਗੀ ਆ। ਮੈਂ ਸਿਰਫ ਉਦਾਹਰਨ ਮਾਤਰ, ਵੈਸੇ ਤਾਂ ਮੇਰਾ ਸਮਾਂ ਹੋ ਰਿਹਾ ਹੈਗਾ, ਸਿਰਫ ਮੇਰੇ ਕੋਲ 4 ਮਿੰਟ ਬਚੇ ਆ, ਪਰ ਮੈਂ ਉਦਾਹਰਨ ਮਾਤਰ ਸਿਰਫ ਗਿਆਨੀ ਬਦਨ ਸਿੰਘ ਦੀ ਜਿਹੜੀ ਟੀਕੇ ਦੇ ਵਿੱਚੋਂ ਇੱਕ ਉਦਾਹਰਨ ਪੜ੍ਹਨੀ ਚਾਹੁੰਦਾ ਸੀਗਾ। ਆਖਰੀ ਜਿਹੜਾ ਦੋਹਰਾ ਹੈਗਾ ਉਸ ਦੇ ਸੰਬੰਧ ਵਿੱਚ ਹੁਣ ਜਿਹੜਾ ਸਾਡਾ ਟੀਕਾਕਾਰ ਆ ਉਹ ਕਹਿ ਰਿਹਾ ਹੈ ਕਿ ਸ਼ਲੋਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਪ੍ਰੀਖਿਆ ਵਾਸਤੇ ਲਿਖਿਆ, ਤੇ ਲਿਖਿਆ ਕਿ ਬਲ ਛੁਟਕਿਓ ਬੰਧਨ ਪਰੇ ਕੁਛ ਨਾ ਹੋ ਤਾ ਪਾਏ, ਕਹਿ ਨਾਨਕ ਅਬ ਓਟ ਹਰਗਜ ਜਿਉਂ ਹੋਏ ਸਹਾਏ। ਇਸ ਦੀ ਹੁਣ ਵਿਆਖਿਆ ਕੀ ਕਰਦਾ ਸਾਡਾ ਟੀਕਾਕਾਰ, ਗਿਆਨੀ ਬਦਨ ਸਿੰਘ ਦੀ ਗੱਲ ਕਰ ਰਹੇ हैं। हमारा बल सब छुट गया और शरीर में बंधन पड़ गए, अब अंत का अवसर है, हमारा किया कोई अपाओ नहीं होता। श्री गुरु जी कहते हैं अब हर प्रकार करके तेरी ओट है, जैसे आपने हर को कर गज की रक्षा करी थी तिस भांत मेरी भी सहायता करो। ये परीक्षा रूपी श्लोक को पढ़कर श्री कलगीधर जी ने श्री नंदपुर जी से एक श्लोक कर उत्तर लिखा। भाई बन्नों की भीड़ में महल्ला 10 भी लिखा है। बल हुआ बंधन छूटे सब कुछ होत अपाए, नानक सब कुछ हमरे हाथ में तुम ही होत सहाय। हे सतगुर कारण कारण जी बल तिसका नाम है, सो आप जी से ही उत्पन्न हुआ है और सब बंधन आपके छूटे हुए हैं और सब कुछ आपका किया अपाओ हो सकता है। श्री गुरु जी कहते हैं गुरु नानक देव स्वरूप सब कुछ आपके ही हाथ में है और आपे ही सब भक्तों के सहायक होते हैं। इस उत्तर को लेकर सिख दिल्ली गया, किसी के हाथ गद्दी के भेंट और 3 श्लोक स्वरूपाए भेजे। 3 श्लोक स्वरूपाए भेजे। ਹੁਣ ਜਦੋਂ ਅਸੀਂ ਇਹ ਵਿਆਖਿਆ ਪੜ੍ਹਦੇ ਹਾਂ ਤਾਂ ਇਹ ਵਿਆਖਿਆ ਪੜ੍ਹਦੇ ਹਾਂ ਸਾਨੂੰ ਇੱਕ ਗੱਲ ਬੜੀ ਸਪਸ਼ਟ ਹੋ ਜਾਂਦੀ ਆ ਕਿ ਇੱਥੇ ਤਾਂ ਜਿਹੜਾ ਸਾਡਾ ਟੀਕਾਕਾਰ ਆ ਉਹ ਇਸ ਦੋਹਰੇ ਨੂੰ 2 ਭਾਗਾਂ 'ਚ ਵੰਡ ਰਿਹਾ ਹੈ ਕਿ ਇੱਕ ਭਾਗ ਆ ਜਿਹੜਾ ਉਹ 9ਵੇਂ ਪਾਤਸ਼ਾਹ ਨੇ ਲਿਖਿਆ ਤੇ ਦੂਸਰਾ ਭਾਗ 10ਵੇਂ ਪਾਤਸ਼ਾਹ ਨੇ ਲਿਖਿਆ, ਜਦੋਂ ਕਿ ਪ੍ਰੋਫੈਸਰ ਸਾਹਿਬ ਸਿੰਘ ਅਜਿਹੀ ਕੋਈ ਗੱਲ ਨਹੀਂ ਕਰ ਰਹੇ। ਉਹ ਉਸੇ ਤਰ੍ਹਾਂ ਹੀ ਸਮਝ ਰਹੇ ਆ
ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀਗੀ ਕਿ ਜਿੰਨੀ ਵੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆ ਉਹ ਪ੍ਰਸ਼ਨੋਤਰੀ ਰੂਪ ਦੇ ਵਿੱਚ ਆ, ਕਿ ਪਹਿਲਾਂ ਸਾਰੀ ਨਹੀਂ, ਮੈਂ ਕਿ ਬਹੁਤ ਸਾਰੇ ਜਿਹੜੇ ਸ਼ਲੋਕ ਨੇ ਜਾਂ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹ ਪ੍ਰਸ਼ਨੋਤਰੀ ਰੂਪ ਚ ਆ, ਕਿ ਪਹਿਲੇ ਭਾਗ ਦੇ ਵਿੱਚ ਪ੍ਰਸ਼ਨ ਉਠਾਇਆ ਗਿਆ, ਦੂਜੇ ਭਾਗ ਦੇ ਵਿੱਚ ਉੱਤਰ ਦਿੱਤਾ ਗਿਆ। ਤੇ ਜਦੋਂ ਅਸੀਂ ਸਾਹਿਬ ਸਿੰਘ ਜੀ ਨੂੰ ਪੜ੍ਹਦੇ ਆ ਤਾਂ ਉਦੋਂ ਉਹਦੇ ਜਿਹੜੇ ਅਰਥ ਆ ਉਹ ਬਿਲਕੁਲ ਸਾਡੇ ਕੋਲੇ ਵੱਖਰੇ ਰੂਪ ਦੇ ਵਿੱਚ ਆਉਂਦੇ ਆ। ਉਦੋਂ ਉਹ ਜਿਹੜੇ ਅਰਥ ਨੇ ਉਹ ਸਿਰਫ ਇੰਨਾ ਹੀ ਕਿਹਾ ਗਿਆ ਹੈਗਾ ਕਿ ਜਦੋਂ ਸਾਰੇ ਸੰਗੀ ਸਾਥੀ ਸਾਥ ਛੱਡ ਜਾਂਦੇ ਹਨ, ਜਦੋਂ ਕੋਈ ਵੀ ਸਾਥ ਨਹੀਂ ਨਿਭਾ ਸਕਦਾ, ਮੁਸੀਬਤ ਵੇਲੇ ਵੀ ਪ੍ਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ। ਸੋ ਹੇ ਭਾਈ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ। ਵਿਆਖਿਆ ਜਿਹੜੀ ਹੈਗੀ ਆ ਉਹ ਤੁਹਾਡੇ ਬਹੁਤੇ ਜਿਹੜੇ ਪਾਰਟਿਸਪੈਂਟ ਆ ਉਹ ਖੁਦ ਪੜ੍ਹ ਸਕਦੇ ਆ। ਮੇਰਾ ਸਿਰਫ ਸੰਕੇਤ ਕਰਨ ਦਾ ਮੰਤਵ ਇੰਨਾ ਸੀ ਇੱਥੇ ਕਿ ਜਿਹੜੀ ਬਾਣੀ ਦੇ ਸ਼ਬਦਾਂ ਦੀ, ਬਾਣੀ ਦੇ ਦੋਹਰੇ ਦੀ ਜਾਂ ਸ਼ਲੋਕਾਂ ਦੀ ਜਾਂ ਪਦਿਆਂ ਦੀ ਜਦੋਂ ਵਿਆਖਿਆ ਦੇ ਵਿੱਚ ਇਸ ਕਿਸਮ ਦਾ ਫਰਕ ਹੋਵੇ ਤਾਂ ਸਾਨੂੰ ਜ਼ਰੂਰ ਉਹ ਵਿਚਾਰਨਾ ਚਾਹੀਦਾ ਕਿ ਫਰਕ ਭੇਦ ਦਾ ਕੀ ਕਾਰਨ ਆ। ਟੀਕੇ ਦੇ ਜਿਹੜੇ ਅਰਥ ਨੇ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਕੇਵਲ ਪਾਠ ਵਿੱਚ ਹੀ ਨਹੀਂ ਸਗੋਂ ਉਹ ਪਾਠ ਦੇ ਉਸ ਸਮੇਂ ਦੇ ਪ੍ਰਸੰਗ ਵਿੱਚ ਵੀ ਹੁੰਦੇ ਆ, ਤੇ ਅੱਜ ਜਿਹੜਾ ਵਿਆਖਿਆ ਕਰ ਰਿਹਾ, ਅੱਜ ਜਦੋਂ ਬੰਦਾ ਉਹਦੀ ਵਿਆਖਿਆ ਕਰਦਾ ਤਾਂ ਉਸ ਪ੍ਰਸੰਗ ਵਿੱਚ ਵੀ ਹੁੰਦੇ ਆ। ਇਸ ਦੇ ਲਈ ਸਾਨੂੰ ਬਾਹਰੀ ਜਿਹੜੇ ਸਰੋਤ ਆ ਉਹਨਾਂ ਦੀ ਜਿਹੜੀ ਸਹਾਇਤਾ ਹੈ ਉਹ ਵੀ ਲੈ ਲੈਣੀ ਚਾਹੀਦੀ ਆ, ਕਿਉਂਕਿ ਉੱਥੋਂ ਸਾਨੂੰ ਕਾਫੀ ਕੁਝ ਸੰਕੇਤ ਮਿਲਦੇ ਆ। ਜਿਵੇਂ ਭੱਟ ਚਾਂਦ ਲਿਖਦੇ ਨੇ ਕਿ ਬਾਹ ਜਿੰਨਾ ਕੀ ਪਕੜੀਏ ਸਰਦੀਜੇ ਬਾਹ ਨਾ ਛੋਡੀਏ, ਤੇਗ ਬਹਾਦਰ ਬੋਲਿਆ ਧਰਮ ਪਈਏ ਧਰਮ ਨਾ ਛੋਡੀਏ। ਤਾਂ ਇੱਥੋਂ ਸਾਨੂੰ ਕੁਝ ਸੰਕੇਤ ਮਿਲਦੇ ਆ। ਅੱਗੋਂ ਹੁਣ ਸੰਕੇਤ ਮਿਲਦੇ ਆ ਕਿ ਇੱਕ ਸ਼ਬਦ ਆ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਨਾਂ ਨਾਲ ਅਕਸਰ ਬੋਲਿਆ ਜਾਂਦਾ ਹੈ ਕਿ ਉਹ ਹਿੰਦ ਦੀ ਚਾਦਰ ਸੀ, ਇੱਕ ਉਹਨਾਂ ਦਾ ਲਕਬ ਆ। ਹੁਣ ਜਦੋਂ ਤਾਂ ਅਸੀਂ ਗੁਰੂ ਸ਼ੋਭਾ ਸੈਨਾਪਤ ਦੇ ਕਰਤਾ ਦੀ ਪੜ੍ਹਦੇ ਆ ਤਾਂ ਉਦੋਂ ਤਾਂ ਕਿਹਾ ਕਿ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟੀ ਪੈ ਢਾਪੀ ਚਾਦਰ, ਸਗਲ ਸ੍ਰਿਸ਼ਟੀ ਪੇ ਢਾਪੀ ਚਾਦਰ। ਤਾਂ ਇੱਥੇ ਜਿਹੜਾ ਜ਼ੋਰ ਆ ਉਹ ਸਗਲ ਸ੍ਰਿਸ਼ਟੀ ਤੇ ਆ। ਇਹਦੇ ਉਲਟ ਜਦੋਂ ਅਸੀਂ ਸ਼ਹੀਦ ਬਲਾਸ ਭਾਈ ਮਨੀ ਸਿੰਘ ਕਿਹਾ ਜਾਂਦਾ, ਜਿਹਦੇ ਬਾਰੇ ਸਮਝਿਆ ਜਾਂਦਾ ਕਿ ਉਹ ਸੇਵਾ ਸਿੰਘ ਜੀ ਦੀ ਕਿਰਤ ਆ, ਉੱਥੇ ਆਖਿਆ ਕਿ ਤਬ ਤੇਗ ਬਹਾਦਰ ਹਿੰਦ ਕੀ ਚਾਦਰ। ਗੁਰੂ ਤੇਗ ਬਹਾਦਰ ਜੀ ਦਾ ਜਿਹੜੀ ਸ਼ਹੀਦੀ ਆ, ਕੀ ਉਹ ਕੇਵਲ ਜੰਜੂ ਦੀ ਰੱਖਿਆ ਲਈ ਸੀ? ਕੀ ਕੇਵਲ ਹਿੰਦੂ ਦੀ ਰੱਖਿਆ ਲਈ ਸੀ? ਕੀ ਉਹ ਕੇਵਲ ਹਿੰਦ ਨੂੰ ਬਚਾਉਣ ਲਈ ਸੀ, ਜਾਂ ਉਹ ਸ੍ਰਿਸ਼ਟੀ ਨੂੰ ਬਚਾਉਣ ਲਈ ਸੀ, ਸਗਲ ਸ੍ਰਿਸ਼ਟੀ ਨੂੰ ਢਾਪਣ ਲਈ ਸੀ? ਨਿਸ਼ਚੈ ਹੀ ਜਿਹੜਾ ਵਿਆਖਿਆਕਾਰ ਆ ਉਹਦੀ ਆਪਦੀ ਜਿੰਨੀ ਵਿਸ਼ਾਲਤਾ ਹੈਗੀ ਆ, ਉਹ ਗੁਰੂ ਦੀ ਬਾਣੀ ਦੀ ਵੀ ਓਨੇ ਵਿਸ਼ਾਲ ਵਿਆਖਿਆ ਕਰ ਸਕਦਾ ਹੈ। ਤੇ ਜੇ ਉਹਦਾ ਆਪਣਾ ਮਨ ਸੰਕੁਚਿਤ ਆ ਤਾਂ ਉਹ ਫਿਰ ਉਹਨੂੰ ਸਿਰਫ ਜੰਜੂ ਦੀ ਰੱਖਿਆ ਤੱਕ ਸੀਮਤ ਕਰ ਦਊਗਾ। ਕੀ ਜੰਜੂ ਦੀ ਰੱਖਿਆ ਤੱਕ ਸੀਮਤ ਰੱਖਣਾ, ਧਰਮ ਦੀ ਰੱਖਿਆ ਤੱਕ ਸੀਮਤ ਕਰਨਾ, ਜਾਂ ਮਾਨਵ ਅਧਿਕਾਰਾਂ ਤੱਕ ਅਸੀਂ ਉਹਨੂੰ ਫੈਲਾ ਕੇ ਲੈ ਜਾਣਾ? ਇਹ ਅੱਜ ਦੇ ਵਿਆਖਿਆਕਾਰਾਂ ਸਿਰ ਤੇ ਵੱਡੀ ਜ਼ਿੰਮੇਵਾਰੀ ਆ। ਮੇਰਾ ਖਿਆਲ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਵਰਕਸ਼ਾਪ ਦੇ ਆਉਣ ਵਾਲੇ ਦਿਨਾਂ ਵਿੱਚ, ਜਦੋਂ ਵਿਦਵਾਨ ਲੋਕ ਜਿਨ੍ਹਾਂ ਨੇ ਇਸ ਖੇਤਰ ਦੇ ਵਿੱਚ ਜ਼ਿੰਦਗੀ ਲਾਈ ਆ, ਮਹੱਤਵਪੂਰਨ ਕੰਮ ਕੀਤੇ ਨੇ, ਉਹ ਜਦੋਂ ਇਹ ਸਾਰੀਆਂ ਪੜ੍ਹਤਾਂ ਨੂੰ ਪੜ੍ਹਨਗੇ, ਟੀਕਿਆਂ ਨੂੰ ਵਿਚਾਰਨਗੇ, ਬਾਣੀ ਦੀਆਂ ਟੀਕਿਆਂ ਤੋਂ ਇਲਾਵਾ ਕੀਤੀਆਂ ਆਲੋਚਨਾਤਮਕ ਜਾਂ ਪ੍ਰਸ਼ੰਸਾਤਮਕ ਜਿਹੜੀਆਂ ਵਿਆਖਿਆਵਾਂ ਉਹਨਾਂ ਨੂੰ ਇੱਕ ਦੂਸਰੇ ਦੀ ਤੁਲਨਾ ਵਿੱਚ ਰੱਖ ਕੇ ਪੜ੍ਹਨਗੇ, ਤਾਂ ਲਾਜ਼ਮੀ ਤੌਰ ਤੇ ਉਹ ਨਵੇਂ ਸਾਡੇ ਕੋਲੇ ਅਰਥ ਲੈ ਕੇ ਆਉਣਗੇ, ਅਜਿਹੇ ਅਰਥ ਕਿ ਜਿਨ੍ਹਾਂ ਦੇ ਨਾਲ ਅਸੀਂ ਅੱਜ ਦੀ ਜ਼ਿੰਦਗੀ ਨੂੰ ਵੀ ਚੰਗੇ ਪਾਸੇ ਵੱਲ ਢਾਲ ਸਕਾਂਗੇ ਤੇ ਗੁਰੂ ਬਾਣੀ ਤੋਂ ਸੇਧ ਲੈ ਸਕਾਂਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਗੱਲ ਨੂੰ ਵਿਰਾਮ ਦਿੰਦਾ। ਮਿਹਰਬਾਨੀ, ਧੰਨਵਾਦ।